ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਦਇਆ ਕਰਨਾ ਸਿਖਾਉਂਦੀ ਹੈ। ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ, ਧੌਲ ਧਰਮ ਦਇਆ ਕਾ ਪੂਤ। ਜਿਸ ਤਰ੍ਹਾਂ ਮਾਂ ਦੇ ਦੁਆਰਾ ਪੁੱਤਰ ਪੈਦਾ ਹੁੰਦਾ ਹੈ, ਉਸੇ ਤਰ੍ਹਾਂ ਦਇਆ ਨੂੰ ਮਾਂ ਕਿਹਾ ਗਿਆ ਹੈ। ਕਹਿੰਦੇ ਜੇ ਬੰਦੇ ਵਿੱਚ ਦਇਆ ਹੋਵੇਗੀ ਤਾਂ ਹੀ ਧਰਮ ਰੂਪੀ ਪੁੱਤਰ ਪੈਦਾ ਹੋਵੇਗਾ। ਇਸੇ ਲਈ ਤਰਸ ਦਇਆ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਗਲਤੀ ਕਰਦੇ ਹਾਂ, ਸਾਡੇ ਤੋਂ ਕੋਈ ਪਾਪ ਹੋ ਜਾਂਦਾ ਹੈ, ਭੁੱਲ ਹੋ ਜਾਂਦੀ ਹੈ, ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਹੇ ਵਾਹਿਗੁਰੂ ਸਾਡੇ ਤੋਂ ਗਲਤੀ ਹੋ ਗਈ, ਪਾਪ ਹੋ ਗਿਆ, ਕਿਰਪਾ ਕਰ ਸਾਨੂੰ ਬਖਸ਼ ਲੈ। ਸੋ ਅਸੀਂ ਪਰਮਾਤਮਾ ਤੋਂ ਆਸ ਕਰਦੇ ਹਾਂ ਵੀ ਪਰਮਾਤਮਾ ਸਾਨੂੰ ਬਖਸ਼ ਲਵੇ। ਸਾਧ ਸੰਗਤ ਜੀ, ਉਸੇ ਤਰ੍ਹਾਂ ਜੇਕਰ ਆਪਣੇ ਤੋਂ ਛੋਟੇ ਤੋਂ ਕਿਸੇ ਤੋਂ ਗਲਤੀ ਹੁੰਦੀ ਹੈ ਤਾਂ ਆਪਾਂ ਵੀ ਮਾਫ ਕਰਨ ਦਾ ਮਾਦਾ ਰੱਖੀਏ। ਇਸੇ ਹੀ ਤਰ੍ਹਾਂ ਦੀ ਕੋਈ ਕਹਾਣੀ ਹੈ ਜੋ ਕਿ 1998 ਦੇ ਵਿੱਚ ਇਹ ਘਟਨਾ ਵਾਪਰੀ। ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ, ਧੰਨ ਗੁਰੂ ਰਾਮਦਾਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਨਾਲ ਹੀ ਬੈਲ ਆਈਕਨ ਨੂੰ ਦਬਾ ਲਓ, ਘੰਟੀ ਨੂੰ ਦਬਾ ਲਓ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਲਾਈਕ ਅਤੇ ਕਮੈਂਟ ਕਰਕੇ ਆਪਣਾ ਪਿਆਰ ਤੇ ਆਸ਼ੀਰਵਾਦ ਜ਼ਰੂਰ ਦਿਓ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ। ਜੀਰਕਪੁਰ ਦੇ ਰਹਿਣ ਵਾਲਾ ਭਾਈ ਚਰਨਪ੍ਰੀਤ ਸਿੰਘ, ਜੋ ਕਿ ਘਰੋਂ ਬਹੁਤ ਅਮੀਰ ਸੀ, 80 ਕਿੱਲੇ ਜ਼ਮੀਨ ਸੀ ਤੇ ਹੋਰ ਵੀ ਕਾਰੋਬਾਰ ਬਹੁਤ ਸੋਹਣਾ ਚੱਲ ਰਿਹਾ ਸੀ। ਧਾਰਮਿਕ ਹੋਣਾ ਚਾਹੁੰਦੇ ਸੀ, ਧਰਮ ਦੇ ਨਾਲ ਜੁੜਨਾ ਚਾਹੁੰਦੇ ਸੀ, ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦੇ ਸੀ। ਰੱਬ ਕੀ ਹੈ, ਰੱਬ ਕਿਵੇਂ ਮਿਲਦਾ ਹੈ। ਦੋਨੇ ਚਰਨਪ੍ਰੀਤ ਸਿੰਘ ਤੇ ਉਹਦੀ ਪਤਨੀ ਹਰਪ੍ਰੀਤ ਕੌਰ ਜਗਿਆਸੂ ਸੁਭਾਅ ਦੇ ਸੀ। ਚਾਹੁੰਦੇ ਸੀ ਕੋਈ ਸਾਧੂ ਸੰਤ ਇਹੋ ਜਿਹਾ ਮਿਲੇ ਜਿਹੜਾ ਸਾਨੂੰ ਰੱਬ ਨਾਲ ਜੋੜ ਦੇਵੇ। ਤੁਰਦੇ ਗਏ, ਬੜੇ ਸਾਧੂ ਸੰਤਾਂ ਦੇ ਦਰਸ਼ਨ ਕੀਤੇ। ਇੱਕ ਸਾਧੂ ਇਹੋ ਜਿਹਾ ਮਿਲਿਆ ਜਿਹਦੇ ਨਾਲ ਉਹ ਜੁੜ ਗਏ। ਦੋਨਾਂ ਦਾ ਆਉਣ ਜਾਣ ਹੋ ਗਿਆ ਉਸ ਸਾਧੂ ਕੋਲ ਡੇਰੇ ਤੇ ਜਾਣਾ। ਸਾਧੂ ਸੀ ਨਕਲੀ, ਸਾਧੂ ਸੀ ਪਖੰਡੀ, ਪਰ ਇਹਨਾਂ ਦੀ ਸ਼ਰਧਾ ਜੁੜ ਗਈ। ਉਸ ਸਾਧੂ ਅੱਗੇ ਬੇਨਤੀ ਕੀਤੀ, ਸਾਧੂਓ ਸਾਨੂੰ ਰੱਬ ਦਾ ਮਿਲਾਪ ਕਰਾ ਦਿਓ। ਉਹਨੇ ਫਿਰ ਇੱਕ ਵਿਧ ਦੱਸੀ। ਉਹਨੇ ਇੱਕ ਪੱਥਰ ਦਾ ਠਾਕੁਰ ਦੇਤਾ, ਇੱਕ ਮੂਰਤੀ ਦੇਤੀ। ਕਹਿੰਦਾ ਇਹਦੀ ਸੇਵਾ ਕਰੋ, ਸੁਬਾਹ ਇਸ਼ਨਾਨ ਕਰਾਇਆ ਕਰੋ, ਪੂਜਾ ਕਰਿਆ ਕਰੋ, ਸੁੱਚੇ ਮੂੰਹ ਆਪ ਨਹੀਂ ਪਹਿਲਾਂ ਕੋਈ ਵੀ ਪ੍ਰਸ਼ਾਦਾ ਪਾਣੀ ਛਕਣਾ, ਸੁੱਚੇ ਜਲ ਨਾਲ ਇਸ਼ਨਾਨ ਕਰਾਉਣਾ। ਇਸ਼ਨਾਨ ਕਰਾ ਕੇ ਠਾਕੁਰਾਂ ਦਾ ਤੇ ਫਿਰ ਤੁਸੀਂ ਪ੍ਰਸ਼ਾਦਾ ਪਾਣੀ ਛਕਣਾ। 7 ਬਚਨ ਕਹਿ ਕੇ ਉਸ ਪੱਥਰ ਦੇ ਭਗਵਾਨ ਨੂੰ, ਮੂਰਤੀ ਨੂੰ ਘਰ ਵਿੱਚ ਬਿਰਾਜਮਾਨ ਕੀਤਾ। ਹੁਣ ਸੁਬਾਹ ਉੱਠਦੇ ਆ, ਰੋਜ਼ ਸੁੱਚਾ ਪਾਣੀ ਲੈ ਕੇ ਠਾਕੁਰਾਂ ਦਾ ਇਸ਼ਨਾਨ ਕਰਾਉਂਦੇ ਆ, ਪੂਜਾ ਕਰਦੇ ਆ, ਅਗਰਬੱਤੀ ਕਰਦੇ ਆ। ਕਈ ਦਿਨ ਬੀਤੇ। ਇੱਕ ਦਿਨ ਸੁਬਾਹ ਅੰਮ੍ਰਿਤ ਵੇਲਾ ਹੋਇਆ। ਜਦੋਂ 4 ਵਜੇ ਉੱਠੇ ਤੇ ਠਾਕੁਰਾਂ ਦਾ ਇਸ਼ਨਾਨ ਕਰਾਉਣ ਲੱਗੇ ਤੇ ਕਿਸੇ ਨੇ ਦਰਵਾਜ਼ਾ ਖੜਕਾਇਆ। ਬੜੀ ਜ਼ੋਰ ਦੀ ਦਰਵਾਜ਼ਾ ਖੜਕਿਆ। ਭੱਜ ਕੇ ਜਾ ਕੇ ਖੋਲਿਆ ਤੇ ਇੱਕ ਫਕੀਰ ਸਾਧੂ ਖੜੇ ਸੀ। ਜਦੋਂ ਦਰਵਾਜ਼ਾ ਖੋਲਿਆ ਤੇ ਸਾਹਮਣੇ ਸਾਧੂ ਖੜੇ, ਫਕੀਰ ਖੜੇ ਆ। ਤੇੜ ਬਸ ਇੱਕ ਭਗਮਾ ਜਿਹਾ ਕੱਪੜਾ ਬੰਨਿਆ, ਬਾਕੀ ਸਰੀਰ ਨਗਨ ਹੈ, ਕੰਨਾਂ ਵਿੱਚ ਮੁੰਦਰਾਂ ਪਾਈਆਂ ਤੇ ਸਾਧੂ ਦੀ ਉਮਰ ਹੋਣੀ ਹੈ 60 ਸਾਲ ਦੀ। ਭਗਤੀ ਵਾਲੇ ਸਾਧੂ ਸੀ, ਬੰਦਗੀ ਵਾਲੇ ਸਾਧੂ ਸੀ। ਅਲਖ ਜਗਾਈ, ਪੁੱਤਰੋ ਭੁੱਖ ਲੱਗੀ ਹੈ, ਕੁਝ ਛਕਣਾ ਹੈ। ਕਹਿੰਦੇ ਕੋਈ ਗੱਲ ਨਹੀਂ ਸਾਧੂ, ਬੈਠੋ। ਜਦੋਂ ਰਸੋਈ ਵਿੱਚ ਗਏ, ਖਾਣ ਪੀਣ ਨੂੰ ਕੁਝ ਲੱਭਿਆ। ਰਾਤ ਦੇ 2 ਪ੍ਰਸ਼ਾਦੇ ਪਏ ਸੀ ਤੇ ਸਬਜ਼ੀ ਪਈ ਸੀ ਤੇ ਗਰਮ ਕਰਕੇ ਪ੍ਰਸ਼ਾਦੇ ਤੇ ਲੈ ਕੇ ਤੁਰਨ ਲੱਗੀ ਉਹਦੇ ਘਰ ਵਾਲੀ। ਉਹਨੂੰ ਯਾਦ ਆ ਗਿਆ ਵੀ ਸਾਡੇ ਤਾਂ ਗੁਰੂ ਨੇ ਕਿਹਾ ਸੀ
ਵੀ ਠਾਕੁਰਾਂ ਦਾ ਇਸ਼ਨਾਨ ਪਹਿਲਾਂ ਕਰਾਉਣਾ ਹੈ ਤੇ ਬਾਅਦ 'ਚ ਪ੍ਰਸ਼ਾਦਾ ਪਾਣੀ ਛਕਣਾ ਹੈ, ਨਾ ਹੀ ਕਿਸੇ ਨੂੰ ਛਕਾਉਣਾ ਹੈ। ਕੋਲ ਲੈ ਗਈ ਪ੍ਰਸ਼ਾਦਾ ਤੇ ਸਾਧੂ ਦੇ ਕੋਲ ਜਾ ਕੇ ਯਾਦ ਆ ਗਿਆ ਤੇ ਕੋਲੋਂ ਜਾ ਕੇ ਮੋੜ ਲਿਆ। ਸਾਧੂ ਕਹਿੰਦੇ ਕੀ ਗੱਲ ਬੇਟਾ? ਕਹਿੰਦੀ ਬਾਬਾ ਜੀ ਥੋੜਾ ਚਿਰ ਰੁਕੋ, ਹੁਣ ਠਾਕੁਰਾਂ ਦਾ ਇਸ਼ਨਾਨ ਕਰਾਉਣ ਲੱਗੇ। ਠਾਕੁਰਾਂ ਦਾ ਇਸ਼ਨਾਨ ਕਰਾਇਆ, ਅਗਰਬੱਤੀ ਕੀਤੀ, ਪੂਜਾ ਕਰਦਿਆਂ ਕਰਦਿਆਂ 1 ਘੰਟਾ ਬੀਤ ਗਿਆ ਤੇ ਮਨੋਂ ਵਿਸਰ ਗਿਆ ਤੇ ਸਾਧੂਆਂ ਨੇ ਵੀ ਥੋੜਾ ਸਮਾਂ ਹੀ ਇੰਤਜ਼ਾਰ ਕੀਤਾ ਤੇ ਸਾਧੂ ਚਲੇ ਗਏ। ਘੰਟੇ ਬਾਅਦ ਪੂਜਾ ਕਰਨ ਤੋਂ ਬਾਅਦ ਫੇਰ ਯਾਦ ਆਇਆ ਵੀ ਸਾਧੂਆਂ ਨੂੰ ਤਾਂ ਪ੍ਰਸ਼ਾਦਾ ਛਕਾਉਣਾ ਸੀ। ਮੈਂ ਭੱਜ ਕੇ ਰਸੋਈ ਵਿੱਚ ਗਈ, ਪ੍ਰਸ਼ਾਦਾ ਚੱਕਿਆ। ਜਦੋਂ ਦਰਵਾਜ਼ੇ ਤੇ ਗਈ ਵੇਖਿਆ ਸਾਧੂ ਨਹੀਂ ਸੀ। ਮਗਰ ਤੁਰ ਪਈ ਬਾਹਰ ਨੂੰ, ਪਰ ਸਾਧੂ ਦੂਰ ਦੂਰ ਤੱਕ ਕਿਤੇ ਨਹੀਂ ਮਿਲੇ। ਘਰ ਆਈ, ਮਨ ਬੜਾ ਉਦਾਸ ਹੋਇਆ ਵੀ ਸਾਧੂ ਆਏ ਸੀ ਤੇ ਪ੍ਰਸ਼ਾਦਾ ਨਹੀਂ ਛਕਾ ਸਕੀ। ਚਲੋ ਕੁਝ ਕੁ ਦਿਨ ਬੀਤੇ, ਸੇਵਾ ਕਰਦੇ ਰਹੇ। ਸਾਧੂ ਸੀ ਪੂਰੇ। ਕੁਝ ਕੁ ਦਿਨਾਂ ਬਾਅਦ ਚਰਨਪ੍ਰੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਬਿਮਾਰ ਹੋ ਗਈ, ਬੜਾ ਬੁਖਾਰ ਹੋਇਆ। ਡਾਕਟਰਾਂ ਨੂੰ ਦਿਖਾਇਆ, ਡਾਕਟਰ ਕਹਿੰਦੇ ਜੀ ਬਹੁਤ ਜ਼ਿਆਦਾ ਬੁਖਾਰ ਹੈ, ਸੀਰੀਅਸ ਹੈ, ਦਾਖਲ ਕਰਨਾ ਪਵੇਗਾ। ਦਾਖਲ ਕੀਤਾ ਗਿਆ, ਬੋਤਲਾਂ ਲੱਗੀਆਂ, ਟ੍ਰੀਟਮੈਂਟ ਚੱਲਿਆ। ਬੁਖਾਰ ਵੱਧਦਾ ਜਾ ਰਿਹਾ ਸੀ, ਕੋਈ ਹੱਲ, ਕੋਈ ਰਾਹ ਨਾ ਦਿਖੇ। ਡਾਕਟਰਾਂ ਨੇ ਉਹਨੂੰ ਹੋਰ ਵੱਡੇ ਹਸਪਤਾਲ ਦੇ ਵਿੱਚ ਰੈਫਰ ਕਰਤਾ। ਹੋਰ ਵੱਡੇ ਹਸਪਤਾਲ ਵਿੱਚ ਗਏ। ਇੱਕ ਦਿਨ ਉਸ ਹਸਪੀਟਲ ਦੇ ਵਿੱਚ ਇੱਕ ਮੰਦਿਰ ਬਣਿਆ ਹੋਇਆ ਸੀ। ਉੱਥੇ ਜਾ ਕੇ ਭਗਵਾਨ ਦੀ ਮੂਰਤੀ ਅੱਗੇ ਖੜ ਕੇ ਉਹ ਸਰਦਾਰ ਅਰਦਾਸ ਕਰਦਾ ਹੈ ਕਿ ਹੇ ਵਾਹਿਗੁਰੂ ਪ੍ਰਮਾਤਮਾ, ਹੇ ਖੁਦਾ, ਅੱਲਾ, ਹੇ ਰਾਮ, ਸਾਡੇ ਤੋਂ ਕੀ ਗਲਤੀ ਹੋ ਗਈ, ਕੀ ਭੁੱਲ ਹੋ ਗਈ? ਮੇਰੀ ਘਰ ਵਾਲੀ, ਅਸੀਂ ਤਾਂ ਰੋਜ਼ ਠਾਕੁਰਾਂ ਦਾ ਇਸ਼ਨਾਨ ਕਰਾਉਂਦੇ ਹਾਂ, ਪੂਜਾ ਕਰਦੇ ਹਾਂ, ਅਸੀਂ ਤਾਂ ਦਿਲੋਂ ਸੇਵਾ ਕਰਦੇ ਹਾਂ, ਸਾਡੇ ਤੋਂ ਇਹ ਜੀ ਕੀ ਭੁੱਲ ਹੋ ਗਈ, ਕੀ ਗਲਤੀ ਹੋ ਗਈ? ਸਾਨੂੰ ਬਖਸ਼ ਦਿਓ ਸੱਚੇ ਪਾਤਸ਼ਾਹ। ਜੇ ਕੋਈ ਗੱਲ ਹੈ, ਭੁੱਲ ਹੋ ਗਈ ਤੇ ਅਸੀਂ ਉਸ ਲਈ ਖਿਮਾ ਦੇ ਜਾਚਕਾਂ ਸੱਚੇ ਪਾਤਸ਼ਾਹ, ਉਸ ਭੁੱਲ ਨੂੰ ਸੁਧਾਰਾਂਗੇ, ਉਸ ਤਰੁੱਟੀ ਨੂੰ ਸਹੀ ਕਰਾਂਗੇ। ਇੰਨਾ ਕਹਿ ਕੇ ਉਹ ਬਾਹਰ ਆਪਣੀ ਪਤਨੀ ਦੇ ਕਮਰੇ ਦੇ ਬਾਹਰ ਇੱਕ ਬੈਂਚ ਤੇ ਹੀ ਸੌਂ ਗਿਆ ਅਰਦਾਸ ਕਰਕੇ। ਫਿਰ ਉਸ ਚਰਨਪ੍ਰੀਤ ਨੂੰ ਸੁਪਨੇ ਦੇ ਵਿੱਚ ਇੱਕ ਸਾਧੂ ਭੇਖ ਦੇ ਵਿੱਚ, ਚਿੱਟੇ ਗੋਰੇ ਰੰਗ ਦੇ ਵਿੱਚ, ਚਿੱਟੇ ਪਰਨੇ ਦੇ ਵਿੱਚ ਇੱਕ ਰੂਹ ਦਿਖਾਈ ਦਿੱਤੀ, ਜਿਹਨੇ ਕਿਹਾ ਸਰਦਾਰ ਚਰਨਪ੍ਰੀਤ ਸਿਆਂ, ਤੂੰ ਅਰਦਾਸ ਕੀਤੀ ਹੈ, ਇਸ 'ਚ ਕੋਈ ਸ਼ੱਕ ਨਹੀਂ, ਤੁਹਾਡੀ ਪੂਜਾ ਸੱਚੀ ਹੈ, ਪਰ ਜੋੜਿਆ ਤੁਹਾਨੂੰ ਗਲਤ ਨਹੀਂ ਹੈ। ਇੱਕ ਪਾਸੇ ਤਾਂ ਪੱਥਰ ਤੇ ਠਾਕੁਰ ਦਾ ਇਸ਼ਨਾਨ ਕਰਾ ਰਹੇ ਹੋ, ਸੇਵਾ ਕਰ ਰਹੇ ਹੋ, ਪਰ ਇੱਕ ਪਾਸੇ ਇੱਕ ਜਿਉਂਦਾ ਸਰੀਰ, ਸਾਧੂ ਦਾ ਰੂਪ, ਤੁਸੀਂ ਉਹਨੂੰ ਭੋਜਨ ਨਹੀਂ ਛਕਾਇਆ, ਭੁੱਖੇ ਹੀ ਤੋਰਤਾ ਆਪਦੇ ਦਰ ਤੋਂ। ਪੱਥਰ ਤੇ ਠਾਕੁਰ ਨੂੰ ਕੋਈ ਪਾਣੀ ਦੀ ਲੋੜ ਨਹੀਂ ਸੀ, ਕੋਈ ਜ਼ਰੂਰਤ ਨਹੀਂ ਸੀ, ਪਰ ਇੱਕ ਆਪ ਇਨਸਾਨ, ਆਪ ਸਾਧੂ, ਪੂਰਨ ਸਾਧੂ, ਤੁਸੀਂ ਉਹਨਾਂ ਦੀ ਸੇਵਾ ਨਹੀਂ ਕੀਤੀ, ਘਰੋਂ ਭੁੱਖੇ ਤੋਰਿਆ, ਪ੍ਰਸ਼ਾਦਾ ਕੋਲ ਲਿਆ ਕੇ ਮੋੜ ਲਿਆ, ਤੁਸੀਂ ਸਾਧੂ ਦੀ ਨਿਰਾਦਰੀ ਕੀਤੀ ਹੈ, ਬੇਅਦਬੀ ਕੀਤੀ ਹੈ। ਇਸੇ ਕਰਕੇ ਉਸ ਸਾਧੂ ਦਾ ਅਪਮਾਨ ਕੀਤਾ, ਤਾਂ ਕਰਕੇ ਤੁਹਾਨੂੰ ਇਹ ਸਜ਼ਾ ਮਿਲ ਰਹੀ ਹੈ। ਜੇ ਚਾਹੁੰਦੇ ਹੋ, ਜੇ ਚਾਹੁੰਦਾ ਸਰਦਾਰਾ ਵੀ ਤੇਰੀ ਪਤਨੀ ਠੀਕ ਹੋ ਜੇ, ਤੇ ਜਾ ਉਹ ਸਾਧੂ ਤੋਂ ਭਾਲ ਕੇ ਉਹਦੀ ਸੇਵਾ ਕਰ। ਰਾਤ ਦੇ 2 ਵਜੇ ਦਾ ਸਮਾਂ ਸੀ। ਇੱਕਦਮ ਅੱਖ ਖੁੱਲ ਗਈ ਸੁਪਨੇ ਤੋਂ ਬਾਅਦ, ਘਬਰਾ ਗਿਆ, ਤਰੇਲੀਆਂ ਆ ਗਈਆਂ, ਹੈ ਆਹ ਕੀ ਘਟਨਾ ਵਾਪਰੀ? ਸੁਬਾਹ ਸਮਾਂ ਹੋਇਆ, 8 ਵਜੇ ਡਾਕਟਰ ਆ ਕੇ ਮਿਲਦੇ ਨੇ। ਡਾਕਟਰ ਦੇ ਜਾਣ ਤੋਂ ਬਾਅਦ ਆਗਿਆ ਲੈ ਕੇ ਆਪਣੀ ਪਤਨੀ ਨੂੰ ਮਿਲਿਆ। ਪਤਨੀ ਨੂੰ ਪੁੱਛਿਆ, ਹਾਂ ਵੀ ਇਦਾਂ ਦੀ ਕੋਈ ਘਟਨਾ ਹੋਈ ਹੈ? ਹਾਂ ਕਹਿੰਦੀ, ਸਾਧੂ ਆਏ ਸੀ। ਕਿਹੋ ਜਿਹੇ ਸੀ? ਰੰਗ ਰੂਪ ਪੁੱਛਿਆ, ਕਿਹੋ ਜਿਹੀਆਂ ਵਾਲੀਆਂ ਸੀ, ਕਿਹੋ ਜਿਹੇ ਵਾਲ ਸੀ, ਰੰਗ ਕਿਹੋ ਸੀ, ਕਿੰਨਾ ਕੁ ਕੱਦ ਸੀ, ਪੁੱਛ ਕੇ ਫਿਰ ਗਿਆ। ਸਾਰੇ ਸ਼ਹਿਰ ਦੇ ਵਿੱਚ ਢੂੰਡਿਆ, ਹਰ ਇੱਕ ਸਾਧੂ ਨੂੰ, ਲੰਗਰ ਲਾਤਾ, ਸਾਰਿਆਂ ਨੂੰ, ਸਾਰਿਆਂ ਦੀ ਸੇਵਾ ਕੀਤੀ। ਜਦੋਂ ਸਾਰੇ ਸਾਧੂਆਂ ਨੂੰ ਲੰਗਰ ਲਾਤਾ, ਪਹਿਚਾਨ ਨਹੀਂ ਸੀ ਆ ਰਹੀ, ਕੌਣ ਹੋਣਗੇ, ਕਿਹੜੇ ਹੋਣਗੇ? ਪਤਨੀ ਹੁੰਦੀ ਤਾਂ ਪਹਿਚਾਨ ਲੈਂਦੀ। ਲੰਗਰ ਲਾਤਾ,
ਕਈ ਦਿਨ ਲੰਗਰ ਲਾਈ ਰੱਖਿਆ ਵੀ ਕਿਤੇ ਨਾ ਕਿਤੇ ਤਾਂ ਉਹ ਸਾਧੂ ਆਈ ਜਾਣਗੇ, ਛਕੀ ਜਾਣਗੇ। ਉਹੀ ਹੋਇਆ। ਇੱਕ ਦਿਨ ਉਹ ਸਾਧੂ ਵੀ ਆ ਗਏ, ਪੰਗਤ ਵਿੱਚ ਬੈਠੇ ਤੇ ਪ੍ਰਸ਼ਾਦਾ ਛਕਿਆ, ਪਰ ਉਹਨਾਂ ਦਾ ਜਿਹੜਾ ਚਿਹਰਾ, ਉਹਨਾਂ ਦਾ ਕੱਦ, ਉਹਨਾਂ ਦਾ ਜਿਹੜਾ ਤੇਜ ਸੀ ਬੜਾ ਵੱਖਰਾ ਸੀ। ਜਦੋਂ ਉਹਨੇ ਸਾਧੂਆਂ ਨੂੰ ਪ੍ਰਸ਼ਾਦਾ ਆਪ ਛਕਾਇਆ ਤੇ ਹੱਥ ਸੁੱਚੇ ਕਰਾਏ ਤੇ ਸਾਧੂਆਂ ਨੇ ਸਹਿਜ ਸੁਭਾਅ ਕਹਿਤਾ, ਮਾਲਕ ਤੈਨੂੰ ਤੰਦਰੁਸਤੀ ਬਖਸ਼ੇ, ਤੇਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ, ਜਿਉਂਦਾ ਰਹਿ, ਸਾਧੂਆਂ ਦੀ ਸੇਵਾ ਕੀਤੀ ਹੈ, ਮਾਲਕ ਤੇਰੇ ਸਾਰੇ ਗੁਨਾਹ ਮਾਫ ਕਰ ਦੇਵੇ। ਸਾਧੂਆਂ ਨੇ ਜਦੋਂ ਇਹ ਬਚਨ ਕਿਹਾ ਤੇ ਉਧਰ ਉਹਦੀ ਪਤਨੀ ਤੇ ਕਿਰਪਾ ਹੋਣੀ ਸ਼ੁਰੂ ਹੋ ਗਈ। ਦਿਨਾਂ ਵਿੱਚ ਉਹਦੀ ਪਤਨੀ ਬਿਲਕੁਲ ਠੀਕ ਹੋ ਗਈ। ਸਾਧ ਸੰਗਤ ਜੀ, ਕਦੇ ਵੀ ਘਰ ਆਏ ਸਾਧੂਆਂ ਨੂੰ ਮੋੜੀਏ ਨਾ, ਕਦੇ ਵੀ ਸਾਧੂਆਂ ਦਾ ਨਿਰਾਦਰ ਨਾ ਕਰੀਏ। ਇੱਕ ਪ੍ਰਸ਼ਾਦਾ, ਦੋ ਪ੍ਰਸ਼ਾਦੇ, ਜੋ ਵੀ ਹੈ ਸਰਕਾਰ ਸਹਿਤ ਖਵਾ ਦਿਓ। ਰੱਬ ਦਾ ਰੂਪ ਹੁੰਦੇ ਨੇ ਸਾਧੂ। ਹਾਂ, ਇੱਕ ਗੱਲ ਜ਼ਰੂਰ ਹੈ, ਸਾਰੇ ਸਾਧੂ ਇੱਕੋ ਜਿਹੇ ਨਹੀਂ ਹੁੰਦੇ। ਕਈ ਸਾਧੂ ਦੇ ਬਾਣੇ ਵਿੱਚ ਚੋਰ ਵੀ ਹੁੰਦੇ ਨੇ। ਸੋ ਉਸ ਤੋਂ ਬਾਅਦ ਉਹਦੀ ਪਤਨੀ ਬਿਲਕੁਲ ਠੀਕ ਹੋ ਗਈ, ਘਰ ਆ ਗਈ। ਦਿਨਾਂ ਦੇ ਵਿੱਚ ਹੀ ਡਾਕਟਰ ਹੈਰਾਨ ਹੋ ਗਏ ਵੀ ਇੰਨੀ ਜਲਦੀ ਕਿਵੇਂ ਠੀਕ ਹੋ ਗਈ ਹੈ। ਤੇ ਸਾਧੂਆਂ ਨੇ ਬਚਨ ਕੀਤੇ ਤੇ ਉਹ ਪੂਰੇ ਹੋ ਗਏ। ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ, ਉਹ ਗੁਨਾਹ ਰੱਬ ਨੇ ਵੀ ਮਾਫ ਕਰਤਾ। ਇਸੇ ਲਈ ਰੱਬ ਦੇ ਸਾਧੂਆਂ ਨੂੰ ਕਦੇ ਮਾੜਾ ਨਹੀਂ ਬੋਲਣਾ ਚਾਹੀਦਾ, ਹਮੇਸ਼ਾ ਹੀ ਸਤਿਕਾਰ ਕਰੀਏ। ਸੋ ਸਾਧ ਸੰਗਤ ਜੀ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ, ਸੰਤਾਂ ਦੇ ਬਚਨ ਸੁਣਦੇ ਰਹੀਏ ਤੇ ਕਮਾਉਂਦੇ ਰਹੀਏ। ਸਾਧ ਸੰਗਤ ਜੀ, ਕਮੈਂਟ ਵਿੱਚ ਜਾ ਕੇ ਵਾਹਿਗੁਰੂ ਲਿਖਣਾ ਨਾ ਭੁੱਲਣਾ। ਜੇਕਰ ਤੁਹਾਡਾ ਕੋਈ ਸਵਾਲ ਹੈ, ਕਮੈਂਟ ਵਿੱਚ ਆਪਣਾ ਸਵਾਲ ਤੁਸੀਂ ਲਿਖ ਸਕਦੇ ਹੋ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਨਿਮਾਣੀ ਜੀ ਸਾਡੀ ਕੋਸ਼ਿਸ਼ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।